तक बात है कोट परादी तरियारे। गुरु नानक जिन सुनिया पेखिया से फिर गरबास न परिया रे। गुरु नानक जिन सुनिया पेखिया से फिर गरबास न परिया रे। सन्मानयोग गुरु प्यारी साध संगत जी, गुरबाणी ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਪਿਆਰ ਸਤਿਕਾਰ ਦੇ ਨਾਲ ਆਖਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਜੀਵਨ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਹਰ ਹਰ ਨਿਤ ਜਪੇ ਹੋ ਜੀਓ ਲਾਹਾ ਖੱਟੇ ਹੋ ਦਿਹਾੜੀ। ਮਨੁੱਖ ਦੇ ਜਨਮ ਦਾ ਸਭ ਤੋਂ ਅਤੀ ਸ੍ਰੇਸ਼ਟ ਲਾਹਾ ਇਹੀ ਹੈ ਜਦੋਂ ਅਸੀਂ ਗੁਰੂ ਸਾਹਿਬਾਨ ਜੀ ਦੇ ਕੋਲ ਆ ਕੇ ਉਹਨਾਂ ਦੇ ਸ਼ਬਦ ਨੂੰ ਸਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸ਼੍ਰੀ ਮੁਖਵਾਕ ਸਾਹਿਬ ਹੈ, ਇਹ ਟੋਡੀ ਰਾਗ ਦੇ ਵਿੱਚ 716 ਅੰਗ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਇਹ ਗਾਇਆ ਹੋਇਆ ਹੈ। ਰਾਗ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ। ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਘਰ ਵੀ ਪੰਜਵੇਂ ਵਿੱਚ ਗਾਉਣ ਲਈ ਕਹਿ ਰਹੇ ਆ। ਦੋ ਪਦਿਆਂ ਵਾਲਾ ਇਹ ਪਾਵਨ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਓੰਕਾਰ ਉਸ ਦੀ ਧੁਨੀ ਆ। ਸੱਚੇ ਗੁਰੂ ਦੇ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾ ਰਹੇ ਆ ਕਿ ਦੁਨੀਆ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਕੁਝ ਸਮਾਜ ਦੇ ਲੋਕ ਹੁੰਦੇ ਆ, ਕੁਝ ਸਾਡੇ ਦੋਸਤ ਹੁੰਦੇ ਆ, ਸੱਜਣ ਮਿੱਤਰ ਹੁੰਦੇ ਨੇ, ਕੁਝ ਆਸ-ਪਾਸ ਦੇ ਗੁਆਂਢ ਵਿੱਚ ਰਹਿਣ ਵਾਲੇ ਲੋਕ ਆ ਜਿਹੜੇ ਸਾਡੇ 'ਤੇ ਪਰਉਪਕਾਰ ਕਰਦੇ ਆ। ਜਦੋਂ ਅਸੀਂ ਕਿਸੇ ਵੀ ਵਰਗ ਦੇ ਵਿੱਚ ਪਛੜ ਜਾਂਦੇ ਹਾਂ, ਪਿੱਛੇ ਰਹਿ ਜਾਂਦੇ ਹਾਂ, ਜੇ ਕੋਈ ਪੈਸੇ ਕਰਕੇ ਪਿੱਛੇ ਆ ਅਤੇ ਭਾਈਚਾਰੇ ਵਾਲੇ ਉਹਦੀ ਮਦਦ ਕਰਦੇ ਆ। ਘਰ ਦੇ ਵਿੱਚ ਕੋਈ ਕਾਰਜ ਆ, ਬਿਲਕੁਲ ਇਸੇ ਤਰ੍ਹਾਂ ਹੁੰਦਾ। ਜੇ ਕੋਈ ਵਿੱਦਿਆ ਦੇ ਵਿੱਚ ਪਿੱਛੇ ਆ, ਉਹਨੂੰ ਵਿੱਦਿਆ ਪੜ੍ਹਾ ਕੇ ਬਰਾਬਰ ਕਰ ਦੇਣਾ, ਉਹਨੂੰ ਉਹ ਵਾਲੀ ਵਿੱਦਿਆ ਸਿਖਾ ਦੇਣੀ ਜਿਹੜੀ ਸਾਨੂੰ ਆਉਂਦੀ ਆ। ਆਪਦੇ ਮੋਢੇ ਨਾਲ ਮੋਢਾ ਲਾ ਕੇ ਉਹਨੂੰ ਤੋਰਨਾ, ਬਰਾਬਰ ਕਰਨਾ। ਇਸ ਤਰ੍ਹਾਂ ਹੋਰ ਵੀ ਕਈ ਖੇਤਰ ਹੋ ਸਕਦੇ ਆ ਜਿਨ੍ਹਾਂ ਵਿੱਚ ਕੋਈ ਇਨਸਾਨ ਸਾਡੇ ਤੋਂ ਪਛੜਿਆ ਹੈ, ਪਰ ਅਸੀਂ ਉਹਨੂੰ ਹੁਣ ਬਰਾਬਰ ਕਰ ਦਿੱਤਾ। ਤਾਂ ਦੁਨੀਆ ਵਿੱਚ ਇਹ ਮਿਸਾਲਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਕਿ ਭੈਣ ਭਰਾਵਾਂ ਨੇ ਹੀ ਕੀ ਕੀਤਾ ਹੈ,
ਆਪਣੇ ਭਰਾ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ ਬਰਾਬਰ ਕਰਤਾ ਆਪਣੇ। ਤਾਂ ਇਹੋ ਜਿਹੇ ਗੁਣ ਤਾਂ ਆਪਾਂ ਵੇਖਦੇ ਹਾਂ। ਐਸੇ ਪਰਉਪਕਾਰ ਹੁੰਦੇ ਆ। ਕਈਆਂ ਕੋਲ ਵਸਤਰ ਨਹੀਂ ਹੁੰਦੇ, ਜੋੜੇ ਨਹੀਂ ਹੁੰਦੇ, ਕੁਝ ਦਰਿਆ ਦਿਲ ਲੋਕ ਹੁੰਦੇ ਆ, ਉਹਨਾਂ ਨੂੰ ਖਰੀਦ ਕੇ ਉਹ ਦੇ ਦਿੰਦੇ ਆ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸਨ, ਉਹਨਾਂ ਨੇ ਜਦੋਂ ਬਚਪਨ ਵਿੱਚ ਸੀ ਸੱਚਾ ਸੌਦਾ ਕਰਨ ਲਈ ਗਏ ਆ, ਉਦੋਂ ਉਹਨਾਂ ਨੇ ਕੁਝ ਭੁੱਖੇ ਸਾਧੂਆਂ ਦੀ ਟੋਲੀ ਸੀ, ਸੰਤ ਰੇਣ ਉਹਨਾਂ ਦੇ ਮੁਖੀ ਸੀ, ਉਹਨਾਂ ਨੂੰ ਭੋਜਨ ਛਕਾਇਆ, ਪ੍ਰਸ਼ਾਦਾ ਛਕਾਇਆ। ਉਹਨਾਂ ਲਈ ਉਹੀ ਸੱਚਾ ਸੌਦਾ ਸੀ, ਪਰਉਪਕਾਰ ਜਿਹਨੂੰ ਕਹਿੰਦੇ ਆ। ਹੁਣ ਇਹ ਜਿਹੜਾ ਪਰਉਪਕਾਰ ਹੈ, ਵਾਹਿਗੁਰੂ ਪਰਮੇਸ਼ਰ ਨੇ ਜੋ ਕੀਤੇ ਆ, ਗੁਰੂ ਸਾਹਿਬ ਨੇ ਕੀਤੇ ਆ, ਉਹ ਇਸ ਤੋਂ ਵੀ ਉੱਪਰ ਆ। ਇਨਸਾਨ ਦਾ ਘਰ ਬਣ ਜਾਵੇ, ਕੋਈ ਮਕਾਨ ਬਣਾ ਕੇ ਦੇ ਦੇਵੇ, ਕੋਈ ਕੱਪੜੇ ਵਸਤਰ ਵੀ ਲੈ ਕੇ ਦੇ ਦੇਵੇ, ਬਹੁਤ ਚੰਗੀਆਂ ਆਦਤਾਂ ਹਨ ਇਹ। ਹੱਥੋਂ ਦੇ ਕੇ ਭਲਾ ਮਨਾਵੇ, ਕਿਰਤ ਵਿਰਤ ਕਰ ਧਰਮ ਦੀ। ਇਸ ਤਰ੍ਹਾਂ ਕੋਈ ਵੀ ਕਰ ਰਿਹਾ ਤੇ ਬਹੁਤ ਵਧੀਆ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਇਨਸਾਨ ਦੀ ਸਮੱਸਿਆ ਜਿਉਂ ਕਿ ਤਿਉਂ ਖੜੀ ਆ ਉੱਥੇ ਹੀ। ਇਸ ਕਰਕੇ ਉਹਨੂੰ ਲੋੜ ਪੈਂਦੀ ਆ ਵਿਕਾਰਾਂ ਤੋਂ ਦੂਰ ਹੋਣ ਦੀ। ਜਿਹੜੇ ਵਿਕਾਰ ਆ ਉਹਨਾਂ ਤੋਂ ਦੂਰ ਕਿਵੇਂ ਹੋਇਆ ਜਾਵੇ, ਇਹ ਸਾਰੀਆਂ ਚੀਜ਼ਾਂ। ਘਰ ਵੀ ਬਣ ਜਾਂਦਾ ਬੰਦੇ ਦਾ। ਕਈ ਐਸੀਆਂ ਸੁਸਾਇਟੀਆਂ ਨੇ, ਚੈਰੀਟੇਬਲ ਟਰਸਟ ਨੇ, ਉਹ ਬਣਾ ਕੇ ਦੇ ਦਿੰਦੀਆਂ। ਕੱਪੜੇ ਵੀ ਬੰਦੇ ਨੂੰ ਮਿਲ ਜਾਂਦੇ ਆ, ਖਾਣ ਲਈ ਰੋਟੀ ਵੀ। 3 ਲੋੜਾਂ ਇਹੀ ਆ, ਰੋਟੀ, ਕੱਪੜਾ ਤੇ ਮਕਾਨ, ਪ੍ਰਮੁੱਖ ਜਿਹੜੀਆਂ ਅਤੀ ਜ਼ਰੂਰੀ ਹੈ। ਬਾਕੀ ਤਾਂ ਬਾਅਦ ਵਿੱਚ ਬੰਦੇ ਦੇ ਸ਼ੌਂਕ ਹੋ ਸਕਦੇ ਆ, ਹੋਰ ਚੀਜ਼ਾਂ, ਪਰ ਪ੍ਰਮੁੱਖ ਲੋੜਾਂ 3 ਹੀ ਆ। ਇਹਦੇ ਵਿੱਚ ਫਿਰ ਇਹ ਪੂਰੀਆਂ ਹੋਣ ਦੇ ਬਾਵਜੂਦ ਵੀ ਇਨਸਾਨ ਜਿਉਂ ਕਾ ਤਿਉਂ ਹੀ ਉੱਥੇ ਦਾ ਉੱਥੇ ਹੀ ਰਹਿੰਦਾ। ਉਹਨੂੰ ਹੋਰ ਚੀਜ਼ਾਂ ਦੀ ਲੋੜ ਪੈਂਦੀ ਆ, ਹੋਰ ਗੁਣ ਉਹਦੇ ਉੱਤੇ ਕਰੇ ਕੋਈ, ਫਿਰ ਉਹਦਾ ਜੀਵਨ ਬਦਲਦਾ। ਤਾਂ ਉਹੀ ਗੁਣ ਦੀ ਗੁਰੂ ਅਰਜਨ ਦੇਵ ਜੀ ਗੱਲ ਕਰ ਰਹੇ। ਹੁਣ ਮਕਾਨ ਵੀ ਬਣ ਗਿਆ, ਸਭ ਠੀਕ ਆ, ਪਹਿਨਣ ਲਈ ਕੱਪੜੇ ਵੀ ਹੈਗੇ ਆ, ਸਭ ਠੀਕ ਆ, 2-3 ਟਾਈਮ ਪ੍ਰਸ਼ਾਦਾ ਵੀ ਛਕਦੇ ਆ, ਚਾਹ ਵੀ ਪੀਂਦੇ ਆ, ਦੁੱਧ ਵੀ ਛਕਦੇ ਆ, ਸਭ ਕੁਝ ਠੀਕ ਆ। ਪਰ ਠੀਕ ਹੋ ਕੇ ਵੀ ਠੀਕ ਨਹੀਂ ਹਜੇ, ਕਿਉਂਕਿ ਵਿਕਾਰ ਉਵੇਂ ਹੀ ਪਏ ਆ ਹਜੇ। ਤਾਂ ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਮੇਰੇ ਗੁਰੂ ਨੇ ਮੇਰੇ ਤੇ ਇਹੋ ਜਿਹਾ ਪਰਉਪਕਾਰ ਕਰ ਦਿੱਤਾ। ਮੇਰੇ ਪ੍ਰਭੂ ਨੇ, ਮੇਰੇ ਗੁਰੂ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 5 ਦੋਖ ਅਰ ਆਹੰਗ ਰੋਗ, 5 ਦੋਖ, 5 ਬਿਮਾਰੀਆਂ, 5 ਰੋਗ, ਅਰ ਆਹੰਗ ਰੋਗ, ਸਭ ਤੋਂ ਵੱਡਾ ਰੋਗ ਆਹੰਗ ਕਹਿੰਦੇ ਹੰਕਾਰ ਨੂੰ। ਇਹ ਵਾਲਾ ਰੋਗ, ਨਿੰਦਿਆ ਚੁਗਲੀ ਵਾਲਾ ਰੋਗ, ਇਹ ਤਨ ਤੇ ਸਗਲ ਦੂਰ ਕੀਨ, ਇਹ ਤਨ ਤੇ ਸਗਲ ਦੂਰ ਕੀਨ। ਇਹ ਮੇਰੇ ਸਰੀਰ ਤੋਂ ਦੂਰ ਭਜਾ ਦਿੱਤੇ ਆ ਵਾਹਿਗੁਰੂ ਨੇ। ਜੋ ਵੀ ਇਹ ਗੁਣ ਮੇਰੇ ਤੇ ਕੀਤਾ, ਇਹ ਮੇਰੇ ਮਾਲਕ ਨੇ ਕੀਤਾ। ਜਦੋਂ ਆਪਾਂ ਨੂੰ ਇਹ ਹੁੰਦਾ ਕਿ ਕਿਸੇ ਦੋਸਤ ਨੇ ਆ ਕੇ ਮੇਰੀ ਮਦਦ ਕੀਤੀ ਆ, ਮੰਨ ਲਓ ਕਿਸੇ ਦੀ ਧੀ ਦੀ ਸ਼ਾਦੀ ਆ, ਕੋਈ ਗਰੀਬ ਆ, ਉਹਦੇ ਕੋਲ ਓਨਾ ਯੋਗ ਨਹੀਂ। ਹੁਣ ਪਿੰਡ ਵਿੱਚੋਂ ਕੋਈ ਗੁਰਮੁਖ ਗਿਆ, ਉਹਨੇ ਪੈਸੇ ਦੇ ਦਿੱਤੇ, ਸੇਵਾ ਕਰ ਦਿੱਤੀ ਉੱਥੇ, ਅਤੇ ਸੋਚਿਆ ਮੈਂ ਇਹਨੂੰ ਆਪਦੇ ਬਰਾਬਰ ਕਰਦਾ, ਇਹਦੀ ਜਿਹੜੀ ਧੀ ਆ ਉਹ ਵੀ ਮੇਰੀ ਬੇਟੀ ਹੋਈ ਆ, ਸਮਝ ਕੇ ਸੇਵਾ ਕਰ ਦਿੱਤੀ ਆ। ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਅੱਗੇ ਰੱਖ ਕੇ ਵੰਡ ਕੇ ਛਕਣਾ। ਹੁਣ ਉਹਦਾ ਕਾਰਜ ਵੀ ਹੋ ਗਿਆ। ਹੁਣ ਮਤਾਂ ਇਹ ਸੋਚਣਾ ਕਿ ਉਹ ਜਿਹੜਾ ਇਨਸਾਨ ਹੈ ਉੱਥੇ ਜੇ ਗਿਆ ਅਤੇ ਉਹ ਖੁਦ ਚੱਲ ਕੇ ਗਿਆ, ਉਹਦੇ 'ਤੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ, ਰਹਿਮਤ ਹੋ ਗਈ, ਅਤੇ ਪਰਮਾਤਮਾ ਨੇ ਉਹਦੇ 'ਚ ਵਸ ਕੇ ਉਹਦਾ ਕਾਰਜ ਜਿਹੜਾ ਸੀ ਗਰੀਬ ਦਾ ਉਹ ਕਰ ਦਿੱਤਾ। ਵਾਹਿਗੁਰੂ ਉਹਦੇ ਵਿੱਚ ਵਸਿਆ, ਦੋਸਤ ਦੇ ਰੂਪ ਵਿੱਚ ਰੱਬ ਬਣ ਕੇ, ਅਤੇ ਰੱਬ ਦੇ ਰੂਪ ਵਿੱਚ ਦੋਸਤ ਬਣ ਕੇ ਪ੍ਰਗਟ ਹੋ ਗਿਆ। ਕਈ ਵਾਰ ਇਵੇਂ ਰੱਬ ਬੋੜ ਦਾ ਦੋਸਤ ਬਣ ਕੇ
ਕਈ ਵਾਰ ਰੱਬ ਬੋੜਦਾ ਹੈ ਤੇ ਸੱਜਣਾ ਮਿੱਤਰਾਂ ਰਾਹੀਂ, ਭਰਾਵਾਂ ਰਾਹੀਂ, ਦੋਸਤਾਂ ਮਿੱਤਰਾਂ ਰਾਹੀਂ, ਜਾਂ ਹੋਰ ਕੋਈ ਜਿਹੜੀ ਸੁਸਾਇਟੀਆਂ ਜਿਵੇਂ ਬਣੀਆਂ ਚੈਰੀਟੇਬਲ ਟਰਸਟ, ਉਹਨਾਂ ਰਾਹੀਂ। ਖਾਲਸਾ ਏਡ ਜਿਵੇਂ ਸਿੱਖਾਂ ਦੀ ਆ, ਸਭ ਤੋਂ ਵੱਧ ਸੇਵਾ ਉਹ ਕਰਦੇ ਆ, ਅਤੇ ਉਹਨਾਂ ਰਾਹੀਂ ਜਦੋਂ ਕਿਤੇ ਵੀ ਹੜ੍ਹ ਹੁੰਦਾ ਕਿਸੇ ਵੀ ਦੇਸ਼ ਵਿੱਚ ਤਾਂ ਉਹ ਉੱਥੇ ਜਾਂਦੇ ਆ। ਜਿਸ ਤਰ੍ਹਾਂ ਹੁਣ ਗਾਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਬਿਮਾਰੀ ਆ, ਉਹ ਮਰ ਰਹੀਆਂ ਨੇ, ਬਿਮਾਰ ਹੋ ਰਹੀਆਂ ਨੇ, ਬਹੁਤ ਪੀੜਾ ਵਿੱਚ ਆ ਇਹ ਜਿਹੜੇ ਜਾਨਵਰ ਆ। ਹਾਂ, ਇਹਨਾਂ ਦੀ ਭਾਸ਼ਾ ਹੈਗੀ ਆ, ਇਹ ਨਹੀਂ ਕਿ ਬੇਜ਼ੁਬਾਨ ਆ, ਪਰ ਸਾਨੂੰ ਘੱਟ ਸਮਝ ਆਉਂਦੀ ਆ। ਗੁਰੂ ਸਾਹਿਬ ਦੀ ਬਾਣੀ ਤਾਂ ਕਹਿੰਦੀ ਕਿ ਇਹ ਵੀ ਬੋਲਦੇ ਆ, ਬਸ ਇਹਨਾਂ ਨੂੰ ਸਮਝਣਾ ਪੈਂਦਾ। ਭਾਸ਼ਾ ਇਹਨਾਂ ਦੀ ਹੋਰ ਹੁੰਦੀ ਆ, ਬੇਜ਼ੁਬਾਨ ਤਾਂ ਨਹੀਂ ਹੁੰਦੇ। ਤਾਂ ਉਹ ਹੁਣ ਬਹੁਤ ਪੀੜਾ 'ਚ ਆ। ਉੱਥੇ ਹੁਣ ਜਿਹੜੇ ਲੋਕ ਇਹਨਾਂ ਦੀ ਸਾਂਭ ਸੰਭਾਲ ਲਈ ਸਾਰਾ ਕੁਝ ਕਰ ਰਹੇ ਆ, ਅੱਗੇ ਆ ਰਹੇ ਆ। ਜਾਂ ਕੋਈ ਵੀ ਚੈਰੀਟੇਬਲ ਟਰਸਟ ਆ, ਚਾਹੇ ਖਾਲਸਾ ਏਡ ਆ, ਖਾਲਸਾ ਏਡ ਦਾ ਆਪਾਂ ਤਾਂ ਨਾਂ ਲੈਂਦੇ ਹਾਂ, ਉਹ ਖਾਲਸਿਆਂ ਦੀ ਆ, ਉਹ ਸਾਡੀ ਆਪਣੀ ਆ ਖੁਦ ਦੀ। ਤਾਂ ਉਹਨਾਂ ਨੇ ਜਿਹੜੀ ਹੁਣ ਅੱਗੇ ਵੱਧ ਕੇ ਸੇਵਾ ਕੀਤੀ ਆ, ਬਰਾਬਰ ਕੀਤਾ, ਲੋਕਾਂ ਨੂੰ ਉੱਪਰ ਚੁੱਕਿਆ, ਹੜ੍ਹਾਂ 'ਚ ਜਾ ਕੇ ਮਦਦ ਕੀਤੀ ਆ, ਫਲੱਡ ਆਏ ਆ ਅਤੇ ਕਿਤੇ ਸੋਕਾ ਪੈ ਗਿਆ, ਉੱਥੇ ਪਹੁੰਚ ਗਏ ਆ ਫੂਡ ਲੈ ਕੇ, ਖਾਣਾ ਲੈ ਕੇ। ਅਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਪਰਉਪਕਾਰ, ਇਹ ਪਰਉਪਕਾਰ 'ਚ ਆਉਂਦੀਆਂ। ਗੁਰੂ ਸਾਹਿਬ ਸਿੱਖਾਂ ਅੰਦਰ ਵਰਤ ਕੇ ਕਰਵਾਉਂਦੇ, ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ। ਇੱਕ ਇਹ ਪਰਉਪਕਾਰ ਹੋ ਗਏ। ਇੱਕ ਇਦੋਂ ਵੀ ਉੱਪਰ ਆ, ਹੁਣ ਮੇਰੇ ਵਿਕਾਰ ਦੂਰ ਹੋ ਗਏ। ਪੰਜ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀ। ਗੁਰੂ ਮਹਾਰਾਜ ਨੇ ਇਹ ਗੁਣ ਮੇਰੇ 'ਤੇ ਕੀਤਾ, ਇਹ ਪਰਉਪਕਾਰ ਮੇਰੇ 'ਤੇ ਕੀਤਾ। ਮੇਰੀਆਂ ਗਲਤ ਆਦਤਾਂ ਛੁੱਟ ਗਈਆਂ, ਦੂਰ ਹੋ ਗਈਆਂ। ਨਿੰਦਿਆ ਚੁਗਲੀ ਰੋਗ ਹੈ, ਕਿਸੇ ਦੀ ਗੱਲ ਵਧਾ ਕੇ ਕਹਿਣੀ ਰੋਗ ਆ, ਕਿਸੇ ਦੀ ਗੱਲ ਘਟਾ ਕੇ ਕਹਿਣੀ ਰੋਗ ਆ। ਬੰਦੇ ਨੂੰ ਇੱਕ ਬਹੁਤ ਮਾੜੀ ਆਦਤ ਆ, ਇਹ ਕਿਸੇ ਦੇ ਬਾਰੇ ਜਾਂ ਤਾਂ ਵਧਾ ਚੜ੍ਹਾ ਕੇ ਗੱਲਾਂ ਕਰਦਾ ਜਾਂ ਘਟਾ ਕੇ ਗੱਲਾਂ ਕਰਦਾ। ਇੱਕ ਪੁਸਤਕ ਪੜ੍ਹ ਰਿਹਾ ਸੀ ਮੈਂ, ਬਹੁਤ ਸੁੰਦਰ ਹੈ। ਇੱਕ ਸ਼ਰਾਬਖਾਨੇ ਦੇ ਵਿੱਚੋਂ ਇੱਕ ਸ਼ਰਾਬੀ ਲੜਖੜਾਉਂਦਾ ਹੋਇਆ, ਡਿੱਕ ਡੋਲੇ ਖਾਂਦਾ ਹੋਇਆ ਬਾਹਰ ਆ ਰਿਹਾ ਹੈ। ਅਤੇ ਜਦੋਂ ਬਾਹਰ ਨਿਕਲਦਾ ਅਤੇ ਰਸਤੇ ਦੇ ਵਿੱਚ ਆਉਂਦਾ ਅਤੇ ਉਹ ਅਚਾਨਕ ਹੀ ਇੱਕ ਪੰਡਿਤ ਦੇ ਵਿੱਚ ਟਕਰਾ ਜਾਂਦਾ, ਉਹਦੀ ਟੱਕਰ ਹੋ ਜਾਂਦੀ ਆ। ਅਤੇ ਪੰਡਿਤ ਉਹਨੂੰ ਵੇਖ ਕੇ ਕਹਿੰਦਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਤੁਸੀਂ ਸ਼ਰਾਬ ਪੀਤੀ ਆ ਅਤੇ ਪਰਮਾਤਮਾ ਦੇਖ ਰਿਹਾ ਹੈ। ਉਹ ਕਹਿੰਦਾ ਕਿ ਮੈਂ ਮਾफ़ੀ ਚਾਹੁੰਦਾ ਤੁਹਾਡੇ ਤੋਂ। ਸ਼ਰਾਬੀ ਨੇ ਅੱਗੋਂ ਆਖਿਆ ਕਿ ਮੈਨੂੰ ਪਤਾ ਨਹੀਂ ਲੱਗਾ, ਮੈਂ ਹੋਸ਼ 'ਚ ਨਹੀਂ, ਕਿਰਪਾ ਕਰਕੇ ਹੋ ਸਕੇ ਤਾਂ ਮੈਨੂੰ ਮਾफ़ ਕਰ ਦੇਣਾ। ਤਾਂ ਫਿਰ ਪੰਡਿਤ ਕਹਿੰਦਾ ਕਿ ਮੈਥੋਂ ਮਾफ़ੀ ਮੰਗ ਰਿਹਾ, ਦੇਖ ਤਾਂ ਰੱਬ ਵੀ ਰਿਹਾ ਤੈਨੂੰ, ਅਤੇ ਉਹ ਵੀ ਤੈਨੂੰ ਵੇਖ ਰਿਹਾ ਕਿ ਤੂੰ ਸ਼ਰਾਬ ਪੀਤੀ ਹੈ। ਪਰ ਉਹ ਅੱਗੋਂ ਇਹ ਗੱਲ ਕਹਿੰਦਾ ਹੈ, ਕਹਿੰਦਾ ਮੈਂ ਮੰਨਦਾ ਕਿ ਰੱਬ ਦੇਖਦਾ ਹੈ ਅਤੇ ਤੁਸੀਂ ਵੀ ਵੇਖਿਆ, ਰੱਬ ਨੇ ਵੇਖਿਆ, ਰੱਬ ਨੇ ਰੌਲਾ ਨਹੀਂ ਪਾਉਣਾ ਪਿੰਡ 'ਚ ਜਾ ਕੇ, ਤੁਸੀਂ ਵੇਖਿਆ, ਤੁਸੀਂ ਰੌਲਾ ਪਾਉਣਾ, ਤੁਸੀਂ ਦੱਸਣਾ, ਹੋਰਾਂ ਬੰਦਿਆਂ ਨੂੰ ਦੱਸੋਗੇ ਮੇਰੇ ਬਾਰੇ ਅਤੇ ਹੋਰ 2-3 ਗੱਲਾਂ ਜੋੜ ਕੇ ਵਿੱਚ ਕਹਿ ਦੋਗੇ, ਤਾਂ ਮੈਂ ਤੁਹਾਡੇ ਤੋਂ ਮਾफ़ੀ ਮੰਗ ਰਿਹਾ। ਉਹ ਤਾਂ ਹੋ ਸਕਦਾ ਮੈਨੂੰ ਮਾफ़ ਕਰ ਦੇ, ਪਰ ਤੁਸੀਂ ਮਾफ़ ਕਰੋ, ਬਹੁਤ ਔਖਾ। ਕਹਿਣ ਦਾ ਭਾਵ ਇਹਦੇ ਇਹ ਆ ਵੀ ਇਨਸਾਨ ਜਿਹੜਾ ਹੈ ਉਹ ਬਹੁਤ ਵਧਾ ਚੜ੍ਹਾ ਕੇ ਗੱਲਾਂ ਜੋੜ ਦਿੰਦਾ ਨਾਲ। ਸੁਨੇਹਾ ਹੁੰਦਾ, ਇੱਕ ਐਕਸਪੈਰੀਮੈਂਟ ਵੀ ਕੀਤਾ ਗਿਆ, ਉਹ ਸੁਨੇਹਾ ਦੇਣਾ ਕਿਵੇਂ ਵਿਗੜ ਜਾਂਦਾ। 4-5 ਬੰਦੇ ਉਹਨਾਂ ਨੇ ਖੜਾ ਦਿੱਤੇ, ਪਹਿਲੇ ਨੇ ਦੂਜੇ ਦੇ ਕੰਨ ਵਿੱਚ ਕੁਝ ਕਿਹਾ, ਦੂਜੇ ਨੇ ਅੱਗੇ, ਤੀਜੇ ਨੇ ਅੱਗੇ। ਉਹ ਜਦੋਂ ਪਹਿਲੇ ਤੋਂ ਸੁਨੇਹਾ ਪੁੱਛਿਆ ਗਿਆ ਵੀ ਤੂੰ ਕਿਹਾ ਕੀ ਸੀ, ਉਹ ਚੌਥੇ ਤੱਕ ਪਹੁੰਚਦਾ ਇੰਨਾ ਵਿਗੜ ਗਿਆ, ਉਹ ਸੁਨੇਹਾ ਨਹੀਂ ਰਿਹਾ। ਤਾਂ ਇਨਸਾਨ ਨੂੰ ਇੱਕ ਮਾੜੀ ਆਦਤ ਆ, ਮਨੁੱਖ ਨੂੰ, ਜਿਹੜੇ ਗੁਰਮੁਖ ਹੁੰਦੇ ਆ ਉਹ ਨਹੀਂ ਇਹ ਕਰਦੇ, ਆਮ ਬੰਦਿਆਂ ਦੀ ਗੱਲ ਆ। ਜਾਂ ਤਾਂ ਗੱਲ ਕਿਸੇ ਦੀ ਵਧਾ ਕੇ ਕਰੂ ਬੰਦਾ, ਜਾਂ ਗੱਲ ਘਟਾ ਕੇ ਕਰੂ। ਜਿਹੜਾ ਇਹਦਾ ਆਪਦਾ ਉਹਦੀ ਗੱਲ ਵਧਾ ਕੇ ਕਰੂਗਾ, ਜਿਹੜਾ ਇਹਦਾ ਬੇਗਾਨਾ ਉਹਦੀ ਗੱਲ ਘਟਾ ਕੇ ਕਰੂਗਾ। ਦੋਨੋਂ ਹੀ ਮਹਾਰਾਜ ਕਹਿੰਦੇ ਮਾੜੀਆਂ। ਤੁਸੀਂ ਵੈਸੇ ਸੁਣਿਆ ਹੋਊਗਾ ਨਿੰਦਿਆ ਮਾੜੀ ਆ, ਬਾਣੀ 'ਚ ਲਿਖਿਆ ਉਸਤਤ ਵੀ ਮਾੜੀ ਆ, ਫੋਕੀ ਸੋਭਾ ਕਰਨੀ ਕਿਸੇ ਦੀ ਉਹ ਵੀ ਬਹੁਤ ਮਾੜੀ ਆ। ਅਤੇ ਫੁੱਲ ਨੂੰ ਕੰਡਾ ਕਹਿਣਾ ਮਾੜਾ, ਨਿੰਦਿਆ ਮਾੜੀ ਆ। ਕੰਡੇ ਨੂੰ ਫੁੱਲ ਬਣਾ ਕੇ ਕਹੀ ਜਾਣਾ ਇਹ ਵੀ ਮਾੜਾ। ਉਸਤਤ ਨਿੰਦਾ
ਦੋ ਤਿਆਗੈ। ਦੋਨੋਂ ਛੱਡਣੀਆਂ ਪੈਂਦੀਆਂ ਜੇ ਸਿੱਖ ਬਣਨਾ ਹੈ। ਸੋਭਾ ਕਰਨੀ ਕਿਸੇ ਦੀ, ਐਵੇਂ ਹੀ ਸੋਭਾ ਕਰੀ ਜਾਣੀ, ਉਹ ਵੀ ਮਾੜੀ ਆ। ਅਤੇ ਐਵੇਂ ਕਿਸੇ ਨੂੰ ਜਾਣ ਬੁੱਝ ਕੇ ਨਿੰਦੀ ਜਾਣਾ, ਉਹ ਵੀ ਮਾੜਾ ਹੈ। ਫੁੱਲ ਨੂੰ ਫੁੱਲ ਕਹਿਣਾ ਚਾਹੀਦਾ, ਕੰਡੇ ਨੂੰ ਕੰਡਾ ਕਹਿਣਾ ਚਾਹੀਦਾ। ਇਹ ਗੁਰਸਿੱਖਾਂ ਦੇ ਕਰਮ ਆ। ਫੁੱਲ ਨੂੰ ਫੁੱਲ ਕਹੋ, ਕੰਡੇ ਨੂੰ ਕੰਡਾ ਕਹੋ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਗੁਰੂ ਨੇ ਮੇਰੇ 'ਤੇ ਪਰਉਪਕਾਰ ਐਸਾ ਕੀਤਾ, ਮੇਰੀਆਂ ਇਹ ਆਦਤਾਂ ਜਾਂਦੀਆਂ ਰਹੀਆਂ। ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਅਰੈ ਦੀਨ। ਸ਼ਬਦ ਨਾਲ ਪ੍ਰੀਤ ਬਣੀ ਆ, ਰੂਪ ਅਨਰੂਪ ਮੇਰੋ ਕਛ ਨਾ ਵਿਚਾਰਿਓ। ਪ੍ਰੇਮ ਗਇਓ ਮੋਹਿ ਹਰ ਰੰਗ ਪੀ। ਕਈ ਵਾਰ ਬੰਦਾ ਕੋਝਾ ਹੁੰਦਾ, ਸੋਹਣਾ ਨਹੀਂ ਹੁੰਦਾ। ਕਈ ਵਾਰ ਇਨਸਾਨ ਸੋਹਣਾ ਹੁੰਦਾ, ਲੋਕਾਂ ਨੂੰ ਇਹਦੇ ਨਾਲ ਮਤਲਬ ਹੋਊਗਾ ਅਤੇ ਹੈਗਾ ਵੀ ਆ। ਗੁਰੂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਰੂਪ ਅਨਰੂਪ, ਚਾਹੇ ਮੈਂ ਸੋਹਣਾ ਸੀ, ਚਾਹੇ ਮੈਂ ਕੋਝਾ ਸੀ, ਗੁਰੂ ਜੀ ਤੁਸੀਂ ਇਹਦੇ ਨਾਲ ਕੋਈ ਨਹੀਂ ਤੁਹਾਨੂੰ ਮਤਲਬ ਰਿਹਾ। ਤੁਸੀਂ ਮੈਨੂੰ ਬਸ ਗੱਲ ਨਾਲ ਲਾ ਲਿਆ। ਚਾਹੇ ਗੁਰਸਿੱਖ ਸੋਹਣੇ ਸੀ ਸਰੀਰ ਕਰਕੇ, ਚਾਹੇ ਗੁਰਸਿੱਖ ਕੋਝੇ ਸੀ, ਪਰ ਤੁਸੀਂ ਉਹਨਾਂ ਨੂੰ ਪ੍ਰੇਮ ਨਾਲ ਭਰ ਦਿੱਤਾ। ਇਸ ਕਰਕੇ ਚਾਹੇ ਉਹ ਸਾਂਵਲੇ ਰੰਗ ਦੇ ਸੀ, ਚਾਹੇ ਜਰਦੀ ਮੈਲ ਸੀ ਉਹਨਾਂ ਦੀ ਚਮੜੀ, ਚਾਹੇ ਉਹ ਗੋਰੇ ਸੀ, ਇਹਨਾਂ ਗੱਲਾਂ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਸੀ। ਬਸ ਤੁਸੀਂ ਉਹਨਾਂ ਨੂੰ ਗਲ ਨਾਲ ਲਾ ਕੇ, ਆਪਣੀ ਛੋਹ ਦੇ ਕੇ, ਉਹਨਾਂ ਗੁਰਸਿੱਖਾਂ ਦੀ ਅੰਦਰ ਐਸੇ ਗੁਣ ਪਾ ਦਿੱਤੇ ਆ, ਐਸਾ ਪਰਉਪਕਾਰ ਕੀਤਾ, ਗਲਤ ਆਦਤਾਂ ਗਈਆਂ, ਖਤਮ ਹੋ ਗਈਆਂ। ਪੇਖਿਓ ਲਾਲਨ ਪਾਟ ਬੀਚ ਖੋਏ। ਪਰਦੇ ਸਾਰੇ ਟੁੱਟ ਗਏ, ਕੂੜ ਦੀ ਕੰਧ ਡਿੱਗ ਪਈ। ਅਣਦ ਚਿੱਤਾ ਹਰਖੇ ਪਤੀਨ, ਆਨੰਦ ਬਣ ਗਿਆ। ਤਿਸਹੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸਹੀ ਕੋ ਤੀਨ। ਇਹ ਹੁਣ ਜਿਹੜਾ ਸਰੀਰ ਆ, ਇਹਦਾ ਮਾਲਕ ਉਹ ਪਹਿਲਾਂ ਵੀ ਸੀ, ਪਰ ਹੁਣ ਮੈਨੂੰ ਸੋਝੀ ਆਈ ਆ ਕਿ ਸਰੀਰ ਦਾ ਮਾਲਕ ਮੈਂ ਨਹੀਂ, ਵਾਹਿਗੁਰੂ ਆ। ਜਿੰਦ ਦਾ ਮਾਲਕ ਮੈਂ ਨਹੀਂ, ਵਾਹਿਗੁਰੂ ਆ। ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਉਹਦੀ ਅੰਸ਼ ਆ, ਉਹਦੀ ਕਿਰਨ ਆ, ਉਹ ਸੂਰਜ ਆ, ਇਹ ਉਹਦਾ ਹੀ ਆ ਸਭ ਕੁਝ। ਇਹ ਹੁਣ ਉਹਦਾ ਮਾਲਕ ਜਿਹੜਾ ਸਰੀਰ ਦਾ ਵਾਹਿਗੁਰੂ ਆ। ਪਹਿਲਾਂ ਮੈਂ ਮਾਲਕ ਸੀ, ਪਹਿਲਾਂ ਮੈਂ ਮਾਲਕ ਬਣ ਗਿਆ ਸੀ। ਮੈਂ ਸਮਝਦਾ ਸੀ ਇਹ ਸਰੀਰ ਮੇਰਾ ਹੈ। ਫਿਰ ਹੌਲੀ ਹੌਲੀ ਮੈਂ ਕਹਿਣ ਲੱਗ ਗਿਆ ਘਰ ਮੇਰਾ ਹੈ, ਪਰਿਵਾਰ ਮੇਰਾ ਹੈ। ਸਾਰੀਆਂ ਚੀਜ਼ਾਂ ਨੂੰ ਆਪਾਂ ਮੇਰੀ ਮੇਰੀ ਕਰਤੇ ਕਰਤੇ ਜਨਮ ਗਇਓ, ਇੰਨਾ ਮੇਰੀ ਮੇਰੀ ਕੀਤੀ ਅਤੇ ਵਹਿਮ ਪੈ ਗਿਆ ਕਿ ਸਭ ਮੇਰਾ। ਜਿਵੇਂ ਮਨੋਵਿਗਿਆਨ ਹੈ, ਇੱਕ ਸਾਈਕੋਲੋਜੀ ਦਾ ਫੈਕਟ ਆ। ਇੱਕ ਕੋਈ ਝੂਠ ਨੂੰ ਤੁਸੀਂ ਨਾ ਲਗਾਤਾਰ 40-45 ਦਿਨ ਕਹੀ ਚੱਲੋ ਅਤੇ ਤੁਹਾਨੂੰ ਖੁਦ ਨੂੰ ਸੱਚ ਲੱਗਣ ਲੱਗ ਜੂ। ਜੇ ਤੁਸੀਂ ਇਹ ਕਹੀ ਚੱਲੋ ਰੋਜ਼ ਉੱਠ ਕੇ ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਤੁਸੀਂ ਬਿਮਾਰ ਵਾਂਗੂ ਮਹਿਸੂਸ ਕਰਨ ਲੱਗ ਜੂਗੇ। ਇੱਦਾਂ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ, ਉਹ ਲਗਾਤਾਰ ਝੂਠ ਇੰਨਾ ਬੋਲਦੇ ਆ, ਉਹਨਾਂ ਵਿਚਾਰਿਆਂ ਨੂੰ ਇੱਕ ਦਿਨ ਇਹ ਲੱਗਣ ਲੱਗ ਜਾਂਦਾ ਵੀ ਅਸੀਂ ਸੱਚ ਬੋਲ ਰਹੇ ਹਾਂ। ਝੂਠ ਬੋਲਦੇ ਬੋਲਦੇ ਜਿਹੜਾ ਲੋਕਾਂ ਨੂੰ ਕਹਿੰਦੇ ਕਿ ਸੱਚ ਆ, ਪਰ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਉਹ ਝੂਠ ਬੋਲ ਰਹੇ ਆ, ਪਰ ਉਹਨਾਂ ਨੂੰ ਲੱਗਦਾ ਅਸੀਂ ਸੱਚ ਬੋਲ ਰਹੇ ਹਾਂ। ਉਹ ਇੰਨੇ ਫਸ ਜਾਂਦੇ ਆ ਜਾਲ ਦੇ ਵਿੱਚ, ਉਹਨਾਂ 'ਤੇ ਗੁਰੂ ਸਾਹਿਬ ਨੂੰ ਤਰਸ ਆਉਂਦਾ। ਇਹ ਸਾਰੀਆਂ ਚੀਜ਼ਾਂ ਤੁਸੀਂ ਵੇਖੀਆਂ। ਜੇ ਕੋਈ ਉੱਠ ਕੇ ਸਵੇਰੇ ਕਹਿ ਰਿਹਾ ਮੈਂ ਬਿਮਾਰ ਹਾਂ, 40-45 ਦਿਨ ਕਹੀ ਜਾਵੇ, ਤੁਸੀਂ ਵੇਖੋਗੇ ਅਤੇ 45 ਕੁ ਦਿਨਾਂ ਬਾਅਦ ਉਹ ਬਿਮਾਰ ਹੋਣ ਲੱਗ ਜੂਗਾ। ਸੱਚੀ ਉਹੀ ਲੱਛਣ ਪੈਦਾ ਹੋ ਜਾਣੇ ਅੰਦਰ। ਇਹ ਚੀਜ਼ਾਂ ਸਾਰੀਆਂ ਕੰਮ ਕਰਦੀਆਂ। ਬੰਦੇ ਦੇ ਅੰਦਰ ਬਹੁਤ ਸ਼ਕਤੀ ਆ, ਬਹੁਤ ਸ਼ਕਤੀ। ਇੰਨੀ ਸ਼ਕਤੀ ਆ 7 ਸਮੁੰਦਰਾਂ ਨੂੰ ਕਲਾਵੇ 'ਚ ਲੈ ਸਕਦਾ। ਅਤੇ ਬੰਦਾ ਇੰਨਾ ਨਿਗੁਣਾ ਵੀ ਆ। ਇੱਕ ਮੱਛਰ ਵੀ, ਇੱਕ ਛੋਟਾ ਜਿਹਾ ਮੱਛਰ ਵੀ ਇਨਸਾਨ ਨੂੰ ਪਰੇਸ਼ਾਨ ਕਰ ਸਕਦਾ ਸਾਰੀ ਰਾਤ। ਇਹੋ ਜਿਹੀ ਵੀ ਗੱਲ। ਇੱਕ ਛੋਟੀ ਜਿਹੀ ਮੱਖੀ ਵੀ ਸਤਾ ਸਕਦੀ ਆ। ਇੰਨਾ ਸ਼ਕਤੀਸ਼ਾਲੀ ਆ, 7 ਸਮੁੰਦਰਾਂ ਨੂੰ ਕਲਾਵੇ 'ਚ ਲੈ ਲੂਗਾ ਬੰਦਾ। ਆਪਦੇ ਆਪ 'ਚ ਬੰਦਾ ਬਲੀ ਵੀ ਬਹੁਤ ਆ, ਆਪਦੇ ਆਪ 'ਚ ਬੰਦਾ ਕਮਜ਼ੋਰ ਵੀ ਬਹੁਤ ਆ। ਗੁਰੂ ਕਿਰਪਾ ਕਰ ਦੇਵੇ, ਭਾਈ ਬਚਿੱਤਰ ਸਿੰਘ ਜੀ ਵਰਗੇ ਹਾਥੀ ਵਿੱਚ ਦੀ ਨਾਗਣੀ ਨਿਘਾ ਸਕਦੇ ਆ। ਗੁਰੂ ਨਾ ਕਿਰਪਾ ਕਰੇ, ਬੰਦੇ ਤੋਂ ਕ੍ਰੋਧ ਹੀ ਨਹੀਂ ਕਾਬੂ 'ਚ ਆਉਂਦਾ। ਗੁਰੂ ਕਿਰਪਾ ਕਰ ਦੇਵੇ ਅਤੇ ਭਾਈ ਵੀਰ ਸਿੰਘ ਜੀ ਵਰਗੇ, ਮਸਕੀਨ ਸਾਹਿਬ ਜੀ ਵਰਗੇ ਬਹੁਤ ਗਿਆਨ ਪੇਸ਼ ਕਰ ਸਕਦੇ ਆ ਸਟੇਜਾਂ 'ਤੇ। ਬਹੁਤ ਚੰਗਾ।
ਗੁਰੂ ਕਿਰਪਾ ਨਾ ਕਰੇ, ਸਿਰ ਹੱਥ ਤੋਂ ਚੁੱਕ ਲਵੇ, ਬੰਦਾ ਫਿਰ ਕੁਝ ਬੋਲ ਨਹੀਂ ਸਕਦਾ ਕਿਸੇ ਅੱਗੇ। ਸੱਚ ਨੂੰ ਸੱਚ ਨਹੀਂ ਕਹਿ ਸਕਦਾ, ਅਤੇ ਕੋਈ ਝੂਠ ਬੋਲ ਰਿਹਾ ਉੱਠ ਕੇ ਨਹੀਂ ਕਹਿ ਸਕਦਾ ਤੂੰ ਗੁੰਮਰਾਹ ਕਰ ਰਿਹਾ। ਇੰਨਾ ਵੀ ਬੰਦੇ 'ਚ ਜੋਸ਼ ਨਹੀਂ ਆ ਸਕਦਾ। ਫਿਰ ਉਹ ਬਸ ਮੂਰਤੀ ਬਣ ਜਾਊਗਾ ਇੱਕ ਪੱਥਰ ਦੀ। ਸਾਰੀਆਂ ਚੀਜ਼ਾਂ ਵਰਕ ਕਰਦੀਆਂ ਉਹਦੀ ਕਿਰਪਾ 'ਤੇ। ਆਪ ਸਭ ਜੀ ਨੇ ਅਸ਼ਟਾਵਕਰ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਬਹੁਤ ਪਿਆਰੀ ਸਾਖੀ ਉਹਨਾਂ ਦੇ ਜੀਵਨ ਦੀ। ਮਿਥਾਲਪੁਰੀ ਵਿੱਚ ਇੱਕ ਰਾਜਾ ਹੋਇਆ, ਰਾਜਾ ਜਨਕ। ਬਹੁਤ ਸੋਹਣੀ ਗਾਥਾ। ਜਨਕ ਰਾਜਾ ਮਿਥਾਲਪੁਰੀ ਦਾ ਰਾਜਾ ਸੀ। ਨੀਂਦ ਆਈ ਇੱਕ ਦਿਨ ਨੂੰ, ਨੀਂਦ ਵਿੱਚ ਸੁਪਨਾ ਆਇਆ। ਸੁਪਨੇ ਵਿੱਚ ਵੇਖਿਆ ਕਿ ਜੰਗ ਹੋ ਗਈ, ਸਭ ਕੁਝ ਤਹਿਸ ਨਹਿਸ ਹੋ ਗਿਆ, ਇਹਦਾ ਖਤਮ ਹੋ ਗਿਆ। ਰਾਜੇ ਦਾ, ਜਨਕ ਦਾ ਸੁਪਨਾ ਸੀ। ਸੁਪਨੇ 'ਚ ਦੇਖਿਆ ਕਿ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ। ਹੁਣ ਦਰ ਦਰ 'ਤੇ ਭਟਕਦਾ, ਅਤੇ ਕਿਤੇ ਕੋਈ ਖੀਰ ਵਰਤ ਰਹੀ ਆ, ਅਤੇ ਇਹਦੇ ਕੋਲ ਬਰਤਨ ਵੀ ਹੈ ਨਹੀਂ ਖੀਰ ਪਵਾਉਣ ਨੂੰ। ਅਤੇ ਫਿਰ ਇਹ ਬਾਅਦ ਵਿੱਚ ਕਿਸੇ ਦੁਕਾਨ 'ਤੇ ਗਿਆ। ਦੁਕਾਨਦਾਰ ਨੇ ਆਖਿਆ ਕਿ ਪਹਿਲਾਂ ਪੈਸੇ ਦੇ, ਫਿਰ ਤੈਨੂੰ ਮੈਂ ਬਰਤਨ ਦਊਂਗਾ। ਇਹਨੇ ਮਿੰਨਤਾਂ ਤਰਲੇ ਕੀਤੇ ਆ, ਮਿੰਨਤਾਂ ਤਰਲੇ ਇੰਨੇ ਕੀਤੇ। ਉਹ ਕਹਿੰਦਾ ਚੱਲ, ਨਿਕੰਮਾ ਜਿਹਾ ਇੱਕ ਭਾਂਡਾ ਸੀ ਪੁਰਾਣਾ ਕੋਈ ਪਿਆ, ਕਹਿੰਦਾ ਚੱਲ ਤੂੰ ਆ ਲੈ ਜਾ। ਉਹ ਲਿਆਂਦਾ। ਜਦ ਨੂੰ ਉੱਥੇ ਗਿਆ, ਜਦ ਨੂੰ ਪ੍ਰਸ਼ਾਦ ਵਰਤ ਗਿਆ, ਉਹਨੇ ਖੁਰਚ ਕੇ ਥੱਲਿਓਂ ਅਤੇ ਇਹਨੂੰ ਰਾਜੇ ਜਨਕ ਨੂੰ ਸੁਪਨੇ 'ਚ ਦਿੱਤਾ ਭੋਜਨ। ਇਹਨੇ ਲੈ ਲਿਆ, ਛਕ ਲਿਆ। ਹਜੇ ਖਾਣ ਹੀ ਅੱਧਾ ਛਕਣ ਲੱਗਾ, 2 ਝੋਟੇ ਭਿੜਦੇ ਹੋਏ ਆਏ ਆ, ਅਤੇ ਇਹਦੇ ਉੱਪਰ ਚੜ੍ਹ ਗਏ ਆ ਕੇ। ਸੱਟ ਵੱਜੀ, ਇਹਦੇ ਅੱਖ ਖੁੱਲ੍ਹ ਗਈ। ਰਾਜੇ ਜਨਕ ਨੂੰ ਸੁਪਨਾ ਆਇਆ। ਕਹਿਣ ਲੱਗਾ, ਮਨਾ ਇਹ ਕੀ ਆ? ਮੈਂ ਰਾਜਾ, ਸੁਪਨਾ ਸੱਚ ਆ ਕਿ ਖੁੱਲ੍ਹੀ ਅੱਖ ਸੱਚ ਆ? ਖੁੱਲ੍ਹੀ ਅੱਖ ਨੂੰ ਕਹਿੰਦੇ ਆ ਜਿਵੇਂ ਹੁਣ ਆਪਾਂ ਬੈਠੇ ਜਾਗਰਤ ਸੁਪਨਾ। ਜਾਗਰਤ ਸੱਚ ਆ ਕਿ ਸੁਪਨਾ ਸੱਚ ਆ? ਇਹ ਸੱਚ ਹੈ ਕਿ ਉਹ ਸੱਚ ਹੈ? ਆਪਦੇ ਮੰਤਰੀ ਬੁਲਾ ਲਏ। ਕਹਿਣ ਲੱਗਾ, ਸੱਦੋ ਵਿਦਵਾਨਾਂ ਨੂੰ ਸਾਰੇ ਜਿੰਨੇ। ਮਿਥਾਲਪੁਰੀ ਦਾ ਰਾਜਾ ਸੀ। ਸੱਦੇ ਗਏ। ਗੱਲ ਤਾਂ ਦੱਸੇ ਨਾ ਸਾਰਿਆਂ ਨੂੰ ਵਿਚਲੀ ਕਿ ਮੈਨੂੰ ਸੁਪਨਾ ਆਇਆ, ਬਸ ਇੰਨਾ ਹੀ ਕਹੀ ਗਿਆ, ਜੇ ਸੱਚ ਹੈ ਕਿ ਉਹ ਸੱਚ ਹੈ। ਉਹ ਕਹਿਣ ਲੱਗੇ, ਜੀ ਇਹ ਹੈ ਕਿ ਕਹਿ ਕੀ ਰਹੇ ਹੋ? ਜੇ ਸੱਚ ਹੈ ਉਹ ਸੱਚ ਹੈ। ਜਾਗਰਤ ਸੱਚ ਆ ਕਿ ਸੁਪਨਾ ਸੱਚ ਆ? ਸੱਚ ਕੀ ਆ? ਪੂਰੀ ਗੱਲ ਤਾਂ ਦੱਸ ਨਹੀਂ ਸਕਦਾ, ਕਿਉਂਕਿ ਸ਼ਰਮ ਆਉਂਦੀ ਸੀ। ਰਾਜੇ ਪੂਰੀ ਗੱਲ ਨਹੀਂ ਦੱਸ ਸਕਦੇ ਸਭਾ ਦੇ ਵਿੱਚ ਵੀ ਮੈਨੂੰ ਸੁਪਨਾ ਇੱਦਾਂ ਆਇਆ ਅਤੇ ਮੇਰਾ ਸਭ ਕੁਝ ਤਬਾਹ ਹੋ ਗਿਆ। ਉਹ ਨਹੀਂ ਸੀ ਦੱਸਦਾ। ਇੱਦਾਂ ਹੀ ਕੋਹਲ ਰਿਸ਼ੀ ਸੀ, ਉਹਨੂੰ ਵੀ ਕੈਦ ਕਰ ਲਿਆ। ਬੜੇ ਵਿਦਵਾਨ ਇਹਨੇ ਕੈਦ ਕੀਤੇ। 8 ਸਾਲ ਕੈਦ ਰੱਖੇ ਆ। 8 ਸਾਲ ਬਹੁਤ ਹੁੰਦੇ ਆ। ਬਹੁਤ ਚੰਗੇ ਵਿਦਵਾਨਾਂ ਨੂੰ ਕੈਦ ਕਰ ਲਿਆ। ਜਦੋਂ ਤੱਕ ਜਵਾਬ ਨਹੀਂ ਦਿਓਗੇ ਸੁਪਨਾ ਸੱਚ ਹੁੰਦਾ ਕਿ ਖੁੱਲ੍ਹੀ ਅੱਖ ਦਾ ਜਾਗਰਤ ਜੀਵਨ ਸੱਚ ਹੁੰਦਾ। ਕੈਦ ਰੱਖੇ 8 ਸਾਲ। ਹੁਣ ਅਸ਼ਟਾਵਕਰ ਦੇ ਪਿਤਾ ਜੀ ਸੀ ਕੋਹਲ ਰਿਸ਼ੀ, ਕੈਦ ਕੀਤੇ ਹੋਏ ਸੀ ਕੋਹਲ ਰਿਸ਼ੀ। ਅਤੇ ਜਦੋਂ ਇਹ ਜਵਾਕਾਂ 'ਚ ਖੇਡੇ ਅਸ਼ਟਾਵਕਰ, ਇਹਨੂੰ ਅਸ਼ਟਾਵਕਰ ਤਾਂ ਕਹਿੰਦੇ ਆ, ਇਹਦੇ ਸਰੀਰ 'ਚ 8 ਵਲ ਪੈਂਦੇ ਸੀ। ਜੋ ਤੁਰਦਾ ਸੀ, ਕੋਝਾ ਸੀ, ਸੋਹਣਾ ਨਹੀਂ ਸੀ। ਭਾਵ ਕਿ ਜਿਸ ਤਰ੍ਹਾਂ ਮਖੌਲ ਉਡਾਉਂਦੇ ਸੀ ਬੱਚਿਆਂ 'ਚ ਖੇਡਣਾ, ਉਹਨਾਂ ਨੇ ਕਹਿਣਾ ਇਹ ਕਿਹੋ ਜਿਹਾ ਹੈ, ਨਾਲੇ ਕਹਿਣਾ ਇਹ ਵਿਚਾਰੇ ਦਾ ਨਾ ਪਿਤਾ ਹੈ ਨਹੀਂ ਇੱਥੇ, ਇਹਨੂੰ ਰਹਿਣ ਦਿਓ। ਇਸ ਤਰ੍ਹਾਂ ਵਿਚਾਰਾ ਜਿਹਾ ਬਣਾ ਦੇਣਾ ਉਹਨੂੰ। ਉਹ ਘਰੇ ਆਇਆ, ਮਾਂ ਨਾਲ ਸਲਾਹ ਕੀਤੀ। ਆਪਦੇ ਮਾਮਾ ਜੀ ਨਾਲ ਨਾਨਕੇ ਰਹਿੰਦਾ ਸੀ। ਮਾਮਾ ਜੀ ਦਾ ਨਾਂ ਸੀ ਸਵੇਤ ਕੇਤੂ। ਕਹਿਣ ਲੱਗੇ, ਮਾਮਾ ਜੀ ਮੈਂ ਆਪਣੇ ਪਿਤਾ ਨੂੰ ਲਿਆਉਣਾ ਚਾਹੁੰਦਾ ਰਾਜੇ ਦੀ ਸਭਾ 'ਚੋਂ ਜਨਕ ਕੋਲੋਂ ਛਡਾ ਕੇ, ਅਤੇ ਮੇਰੇ ਨਾਲ ਚੱਲੋ ਇੱਕ ਵਾਰ ਤੁਸੀਂ। ਮਾਂ ਕਹਿਣ ਲੱਗੀ, ਤੂੰ ਰਹਿਣ ਦੇ, ਤੂੰ ਛੋਟਾ ਹਜੇ ਬਾਲਕ ਆ। ਪਰ ਬੁੱਧੀ ਬੜੀ ਵਿਵੇਕ ਸੀ। ਉਹੀ ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਵਾਹਿਗੁਰੂ ਦਾ ਸਿਰ 'ਤੇ ਹੱਥ ਬਹੁਤ ਸੀ, ਗਿਆਨ ਬਹੁਤ ਸੀਗਾ, ਉਮਰ ਭਾਵੇਂ ਛੋਟੀ ਸੀ। ਮਾਮਾ ਜੀ ਨੂੰ ਮਨਾ ਲਿਆ। ਸਵੇਤ ਕੇਤੂ ਨੂੰ ਲੈ ਕੇ ਮਿਥਾਲਪੁਰੀ ਪਹੁੰਚਿਆ। ਪਹਿਰੇਦਾਰ ਨੂੰ ਆਖਿਆ, ਰਾਜੇ ਜਨਕ ਨੂੰ ਗਿਆਨ ਦੇਣ ਆਇਆ। ਜਿਹੜਾ ਉਹ ਪੁੱਛਦਾ, ਜੇ ਸੱਚ ਹੈ ਨਾ ਜੇ ਉਹ ਸੱਚ ਹੈ, ਦੱਸਣਾ ਕਰੋ ਕੀ ਸੱਚ ਆ? ਸੁਪਨਾ ਸੱਚ ਆ, ਖੁੱਲ੍ਹੀ ਅੱਖ ਸੱਚ ਆ? ਸੱਦਿਆ ਗਿਆ ਅੰਦਰ, ਅਤੇ ਰਾਜੇ ਨੂੰ ਕਹਿਣ ਲੱਗਾ, ਵਿਦਵਾਨ ਸਾਰੇ ਸੱਚੇ ਆ, ਰਾਜਨ ਤੂੰ ਗਲਤ ਆ। ਤੂੰ ਉਹਨਾਂ ਨੂੰ ਅੱਧੀ ਗੱਲ ਦੱਸਦਾ, ਆਪਦੇ ਸੁਪਨੇ ਬਾਰੇ ਤਾਂ ਦੱਸਿਆ ਨਹੀਂ। ਜੇ ਸੱਚ ਹੈ ਕਿ ਉਹ ਸੱਚ, ਇਹ ਹੁਣ ਉਹ ਕਿਵੇਂ ਬੁੱਝ ਲੈਣਗੇ? ਉਹ ਕਿਹੜਾ ਪਰਮਾਤਮਾ ਨੇ?
ਮੈਂ ਤੇਰੇ ਬਾਰੇ ਦੱਸਦਾ। ਫਿਰ ਉਹਨੇ ਸਾਰਿਆਂ 'ਚ ਦੱਸਤਾ ਸੁਪਨਾ ਸਾਰਿਆਂ ਵਿੱਚ ਦੱਸਤਾ ਕਿ ਤੈਨੂੰ ਇਹ ਸੁਪਨਾ ਆਇਆ ਸੀ 8 ਸਾਲ ਪਹਿਲਾਂ, ਤੈਨੂੰ ਜਵਾਬ ਨਹੀਂ ਮਿਲ ਰਿਹਾ, ਵਿਦਵਾਨਾਂ ਨੂੰ ਤੂੰ ਕੈਦ ਕਰ ਲਿਆ। ਇਹ ਵੀ ਕਿਹਾ ਜਾਂਦਾ ਜਦੋਂ ਅਸ਼ਟਾਵਕਰ ਆਇਆ ਸਭਾ ਵਿੱਚ, ਉੱਥੇ ਸਾਰੇ ਜਾਣੇ ਵਜ਼ੀਰ ਸੰਤਰੀ ਮੰਤਰੀ ਹੱਸ ਪਏ। ਉਹ ਜਦੋਂ ਤੁਰ ਰਿਹਾ ਸੀ 8 ਬਲ ਪੈ ਰਹੇ ਸੀ। ਫਿਰ ਉਹਨੇ ਕਿਹਾ ਸੀ, ਰਾਜਨ ਇਹ ਸਭਾ ਤੇਰੀ ਕਿਹੜੀ ਸਭਾ ਹੈ? ਚੰਮ ਨੂੰ ਪਰਖਣ ਵਾਲੇ ਉਹਨਾਂ ਦੀ ਸਭਾ ਹੀ ਆ ਨਾ। ਤੈਨੂੰ ਲੱਗਦਾ ਤੇਰੀ ਸਭਾ ਦੇ ਵਿੱਚ ਵਜ਼ੀਰ ਆ, ਕੱਪੜੇ ਪਾ ਕੇ ਬੈਠੇ ਆ। ਇਹ ਚੰਮ ਨੂੰ ਪਰਖਣ ਵਾਲੇ ਚਮਾਰਾਂ ਦੀ ਸਭਾ ਲੱਗਦੀ ਆ ਮੈਨੂੰ, ਇਹ ਵਿਦਵਾਨਾਂ ਦੀ ਸਭਾ ਨਹੀਂ ਹੋ ਸਕਦੀ। ਇਸ ਤਰ੍ਹਾਂ ਇੰਨਾ ਸਿਆਣਾ ਸੀ ਵੀ ਇਹਨਾਂ ਨੇ ਮੇਰਾ ਸਰੀਰ ਹੀ ਦੇਖਿਆ, ਇਹਨਾਂ ਨੇ ਅੰਦਾਜ਼ੇ ਮੇਰੇ ਸਰੀਰ ਨੂੰ ਦੇਖ ਕੇ ਲਾਏ ਆ, ਮੇਰੇ ਕੱਪੜਿਆਂ ਨੂੰ ਦੇਖ ਕੇ ਲਾਏ, ਮੇਰਾ ਹਜੇ ਗਿਆਨ ਨਹੀਂ ਨਾ ਤੁਸੀਂ ਤੱਕਿਆ। ਫਿਰ ਉਹ ਕਹਿਣ ਲੱਗੇ, ਰਾਜਨ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਮੰਨ ਲਓ 2 ਬੰਦੇ ਆ ਅਤੇ ਦੋਨਾਂ ਦੀ ਖੁਰਾਕ ਰੋਜ਼ ਦੀ 1 ਕਿਲੋ ਸੇਤੂ ਆ, ਦੋਨੋਂ ਹੀ ਇੰਨੇ ਖਾਂਦੇ ਆ। ਇੱਕ ਕੋਲ 1 ਕਿਲੋ ਸੇਤੂ, 1 ਸੇਰ ਸੇਤੂ ਆ, ਇੱਕ ਕੋਲ 40 ਸੇਰ ਸੇਤੂ ਆ। ਹੁਣ ਤੂੰ ਦੱਸ ਕਿਹਦੇ ਸੇਤੂ ਖਤਮ ਹੋਣਗੇ? ਰਾਜਾ ਕਹਿੰਦਾ ਇਹ ਤਾਂ ਸਿੱਧੀ ਜੀ ਗੱਲ ਆ, ਦੋਨਾਂ ਦੇ ਖਤਮ ਹੋਣਗੇ। ਇੱਕ ਦੇ ਪਹਿਲੇ 1 ਦਿਨ 'ਚ ਹੀ ਨਿਬੜ ਜਾਣਗੇ, ਇੱਕ ਦੇ 40 ਦਿਨਾਂ ਬਾਅਦ ਨਿਬੜ ਜਾਣਗੇ। ਕਿਸੇ ਕੋਲ ਆਟਾ 40 ਕਿਲੋ, ਕਿਸੇ ਕੋਲ 1 ਕਿਲੋ, ਕਿਸੇ ਦੀ ਖੁਰਾਕ 1 ਕਿਲੋ ਰੋਜ਼ ਆ। ਇੱਕ ਦੀ 1 ਦਿਨ 'ਚ ਹੀ ਖਤਮ ਹੋ ਜੂ, ਇੱਕ ਦੀ 40 ਦਿਨਾਂ 'ਚ ਖਤਮ ਹੋ ਜੂ। ਅਤੇ ਉਹ ਕਹਿੰਦਾ ਫਿਰ ਤੇਰਾ ਜਵਾਬ ਵੀ ਤਾਂ ਇਹੀ ਆ ਨਾ, ਸੁਪਨਾ ਵੀ ਮਿਥਿਆ ਹੀ ਆ, ਮਿਥਿਆ। ਖੁੱਲ੍ਹੀ ਅੱਖ ਦਾ ਸੁਪਨਾ ਉਹ ਵੀ ਮਿਥਿਆ, ਜਾਗਰਤ ਵੀ ਝੂਠਾ, ਸੁਪਨਾ ਵੀ ਝੂਠਾ। ਜਾਗਰਤ ਕਹਿੰਦੇ ਆ ਜਿਵੇਂ ਆਪਾਂ ਬੈਠੇ ਹਾਂ, ਇਹ ਜਾਗਰਤ ਆ, ਖੁੱਲ੍ਹੀ ਅੱਖ ਦਾ ਸੁਪਨਾ। ਇੱਕ ਜਦੋਂ ਨੀਂਦ ਆ ਗਈ ਉਹਦਾ ਸੁਪਨਾ, ਉਹ ਵੀ ਮਿਥਿਆ ਹੀ ਆ। ਸੁਪਨਾ ਵੀ ਝੂਠਾ, ਖੁੱਲ੍ਹੀ ਅੱਖ ਵੀ ਝੂਠਾ। ਇੱਕ ਇਹ ਸੁਪਨੇ ਨੇ 1 ਰਾਤ 'ਚ ਟੁੱਟ ਜਾਣਾ, 2 ਘੰਟਿਆਂ 'ਚ ਟੁੱਟ ਜੂਗਾ, ਅਤੇ ਇਹ ਵੀ ਟੁੱਟੂਗਾ ਸੁਪਨਾ ਖੁੱਲ੍ਹੀ ਅੱਖ ਦਾ। ਇਹ ਹੋ ਸਕਦਾ 40 ਦਿਨਾਂ ਬਾਅਦ ਟੁੱਟ ਜੇ। ਹੁਣ ਜਿਵੇਂ ਬੰਦੇ ਦੀ ਉਮਰ ਹੁੰਦੀ ਹੈ ਉਸ ਹਿਸਾਬ ਨਾਲ ਟੁੱਟਣਾ ਦੋਨਾਂ ਨੇ, ਦੋਨੋਂ ਹੀ ਮੁੱਕ ਜਾਣਗੇ, ਦੋਨੋਂ ਹੀ ਮਿਥਿਆ ਨੇ। ਫਿਰ ਉਹ ਕਹਿੰਦੇ ਇੱਕ ਤੀਜੀ ਅਵਸਥਾ ਹੁੰਦੀ ਆ ਰਾਜਨ, ਉਹਨੂੰ ਸੁਖੋਪਤੀ ਕਹਿੰਦੇ ਆ। ਇਹਨੂੰ ਆਪਾਂ ਸੌਖੇ ਢੰਗ ਨਾਲ ਪੇਸ਼ ਕਰੀਏ, ਸੁਖੋਪਤੀ ਭਾਵ ਕਿ ਨੀਂਦ ਆ ਗਈ, ਸੁਪਨਾ ਕੋਈ ਨਹੀਂ ਆਇਆ। ਇੱਕ ਹੁੰਦਾ ਸੁਪਨਾ ਆ ਗਿਆ, ਸੁਪਨਾ ਵੀ ਝੂਠ। ਇੱਕ ਹੋ ਗਿਆ ਖੁੱਲ੍ਹੀ ਅੱਖ, ਇਹ ਵੀ ਝੂਠ। ਇੱਕ ਆ ਗਿਆ ਨੀਂਦ ਆਈ ਪਰ ਅੱਜ ਸੁਪਨਾ ਨਹੀਂ ਆਇਆ, ਉਹ ਵੀ ਝੂਠ ਹੀ ਆ, ਉਹ ਵੀ ਝੂਠ ਆ। ਇੱਕ ਇਹ ਤਿੰਨੇ ਚੀਜ਼ਾਂ ਹੋ ਗਈਆਂ। ਇੱਕ ਇਦੋਂ ਉੱਪਰ ਅਵਸਥਾ ਹੁੰਦੀ ਆ, ਤੁਰੀਆ ਪਦ ਉਹਨੂੰ ਕਹਿੰਦੇ ਆ, ਚੌਥਾ ਪਦ ਉਹਨੂੰ ਕਹਿੰਦੇ ਸਾਧੂ ਸੰਤ ਕਹਿੰਦੇ। ਉਹ ਸੱਚਾ ਹੁੰਦਾ ਜਦੋਂ ਬੰਦੇ ਨੂੰ ਸਮਝ ਆਉਂਦੀ ਆ ਸਭ ਮਿਥਿਆ, ਸਭ ਮਿਥਿਆ। ਜਗ ਜੀਵਨ ਐਸਾ ਰਾਜਨ ਜਨਕ ਸੁਪਨੇ ਜੈਸਾ। ਸੁਪਨਾ ਵੀ ਝੂਠ, ਖੁੱਲ੍ਹੀ ਅੱਖ ਵੀ ਝੂਠ, ਨੀਂਦ ਵੀ ਝੂਠ। ਇਦੋਂ ਇੱਕ ਉੱਪਰਲੀ ਅਵਸਥਾ ਜਦੋਂ ਬੰਦਾ ਕਹਿੰਦਾ ਆਦਿ ਸੱਚ ਜੁਗਾਦ ਸੱਚ, ਇਕੱਲਾ ਰੱਬ ਹੀ ਸੱਚ ਆ, ਬਾਕੀ ਦ੍ਰਿਸ਼ਟੇਨ ਮਿਥਿਆ। ਬਾਕੀ ਜੋ ਅੱਖਾਂ ਨਾਲ ਦਿਖ ਰਿਹਾ, ਘਟ ਰਿਹਾ, ਛੋਟਾ ਹੋ ਰਿਹਾ, ਮਿਟ ਰਿਹਾ, ਖਤਮ ਆ ਸਭ ਕੁਝ। ਇਹ ਅਵਸਥਾ ਜਿਹੜੀ ਚੌਥਾ ਪਦ, ਇਹਨੂੰ ਤੁਰੀਆ ਪਦ ਕਹਿੰਦੇ ਆ। ਤਾਂ ਇਹਦੇ ਵਿੱਚ ਰਾਜੇ ਨੂੰ ਖਿੱਚ ਕੇ ਲਿਆਇਆ ਉਹ ਅਸ਼ਟਾਵਕਰ। ਫਿਰ ਉਹ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਘੋੜੇ ਦੇ ਰਕਾਬ ਹੁੰਦੀ ਆ, ਰਕਾਬ 'ਤੇ ਪੈਰ ਰੱਖ ਕੇ ਚੜ੍ਹਦੇ ਹਾਂ, ਅਤੇ ਰਕਾਬ ਦੇ ਵਿੱਚ ਪੈਰ ਰੱਖੋ ਮੈਂ ਗਿਆਨ ਦਊਂਗਾ। ਇਹਨਾਂ ਵਿਦਵਾਨਾਂ ਨੂੰ ਤੰਗ ਕੀਤਾ, ਹੁਣ ਤੁਸੀਂ ਆਓ ਘੋੜਾ ਮੰਗਵਾਓ, ਰਕਾਬ 'ਚ ਪੈਰ ਰੱਖ ਲਈ। ਕਹਿੰਦੇ ਰੁਕ ਜਾਓ, ਪਹਿਲਾਂ ਮੈਨੂੰ ਮੇਰੀ ਦਸ਼ਣਾ ਦਿਓ। ਪੁਰਾਣੇ ਜ਼ਮਾਨਿਆਂ 'ਚ ਹੁੰਦਾ ਸੀ, ਕਿਸੇ ਨੇ ਕੋਈ ਗਿਆਨ ਦੀ ਗੱਲ ਕਹਿਣੀ, ਲੋਕ ਉਹਦਾ ਅਦਬ ਕਰਦੇ ਸੀ, ਸਤਿਕਾਰ ਕਰਦੇ ਸੀ। ਅੱਜ ਇਹ ਗੱਲਾਂ ਨਹੀਂ ਰਹੀਆਂ, ਸਮੇਂ ਨਾਲ ਚੀਜ਼ਾਂ ਦੇ ਮੁੱਲ ਬਦਲ ਜਾਂਦੇ ਆ। ਉਹ ਕਹਿੰਦੇ ਮੈਨੂੰ ਕੀ ਦਓਗੇ? ਤਨ ਮਨ ਧਨ ਹੁੰਦਾ ਬੰਦੇ ਕੋਲ, ਇਹਨਾਂ 'ਚੋਂ ਇੱਕ ਚੀਜ਼ ਦਿਓ ਕੋਈ ਵੀ। ਰਾਜਾ ਕਹਿੰਦਾ ਜੇ ਧਨ ਦਿਨਾ ਤੇ ਰਾਜ ਜਾਂਦਾ। ਜਨਕ ਨੇ ਆਖਿਆ ਜੇ ਤਨ ਦਿਨਾ ਤੇ ਫਿਰ ਵੀ ਰਾਣੀਆਂ ਕਹਿੰਦੀਆਂ ਉਹ ਇਸ ਆਪਣੇ ਸੰਬੰਧ ਜੁੜੇ ਹੋਏ ਆ, ਇਹ ਅਸੀਂ ਨਹੀਂ ਕਰਨ ਦੇਣਾ। ਰਹਿ ਗਿਆ ਮਨ ਰਹਿ ਗਿਆ। ਕਹਿੰਦਾ ਮਨ ਦਿੱਤਾ। ਜਦੋਂ ਮਨ ਦਿੱਤਾ ਅਤੇ ਫਿਰ ਉਹ ਘੋੜੇ ਦੀ ਜਿਹੜੀ ਰਕਾਬ ਆ 'ਚ ਪੈਰ ਰੱਖ ਕੇ ਚੜ੍ਹ ਨਹੀਂ ਲੱਗਾ, ਉਹਨੇ ਬਾਂਹ ਫੜ ਲਈ ਅਸ਼ਟਾਵਕਰ ਨੇ। ਕਹਿਣ ਲੱਗੇ ਰਾਜਨ ਖਿਆਲ ਕਿੱਧਰੋਂ ਆ ਗਿਆ ਘੋੜੇ 'ਤੇ ਚੜ੍ਹਨ ਦਾ? ਮਨ 'ਚੋਂ ਫੁਰਨੇ ਉੱਠਦੇ ਆ ਨਾ,
ਮਨ ਤਾਂ ਮੇਰੇ ਕੋਲ ਆ। ਉੱਤਰ ਥੱਲੇ ਭਾਵ ਕਿ ਜਿਹੜਾ ਪੈਰ ਵੀ ਰੱਖਿਆ ਸੀ ਕਹਿੰਦੇ ਥੱਲੇ ਲਾ ਲਾ। ਸਾਰੀ ਖੇਡ ਮਨ ਦੀ ਹੁੰਦੀ ਹੈ। ਰਾਜੇ ਜਨਕ ਨੂੰ 8 ਵਲਾਂ ਵਾਲੇ ਵਿਅਕਤੀ ਨੇ ਜਦੋਂ ਤੁਰਦਾ ਤੇ 8 ਵਲ ਪੈਂਦੇ ਉਹਨੇ ਚਾਨਣ ਕਰਵਾ ਦਿੱਤਾ। ਕਦੇ ਕਦੇ ਕੋਈ ਬੰਦਾ ਹੁੰਦਾ ਜਿਹਦੇ ਢਿੱਡ 'ਚ ਚਾਨਣ ਹੁੰਦਾ, ਦਿਮਾਗ 'ਚ ਰੋਸ਼ਨੀ ਹੁੰਦੀ ਹੈ। ਇਹ ਪਤਾ ਕਿੱਥੋਂ ਆਉਂਦੀ ਹੈ? ਵਾਹਿਗੁਰੂ ਤੋਂ। ਅਸ਼ਟਾਵਕਰ ਨੇ ਸਾਰੇ ਵਿਦਵਾਨ ਛਡਾਏ, ਆਪਦੇ ਪਿਤਾ ਕੋਹਲ ਰਿਸ਼ੀ ਨੂੰ ਛਡਾਇਆ, ਆਪਦੇ ਮਾਮਾ ਸਵੇਤ ਕੇਤੂ ਨੂੰ ਲੈ ਕੇ ਘਰੇ ਆਇਆ, ਵਾਪਸ ਆਇਆ। ਉਦੋਂ ਬਾਅਦ ਰਾਜਾ ਜਨਕ ਬਦਲਿਆ ਉੱਥੇ, ਫਿਰ ਉਹ ਜਨਕ ਬਣਿਆ। ਪਹਿਲਾਂ ਤਾਂ ਉਹ ਮੂਰਖ ਹੀ ਸੀ, ਇੱਕ ਚੰਗੇ ਇਨਸਾਨ ਛੋਟੇ ਬਾਲਕ ਨੂੰ ਮਿਲ ਕੇ ਉਹਦਾ ਜੀਵਨ ਬਦਲਿਆ ਹੈ। ਸੋ ਗੁਰੂ ਪਿਆਰੀ ਸੰਗਤ ਜੀ, ਗੁਰੂ ਸਾਹਿਬ ਜੀ 'ਤੇ ਕਿਰਪਾ ਕਰ ਦੇਵੇ, ਫਿਰ ਉਹ ਗੂੰਗਾ ਵੀ ਬੋਲ ਪੈਂਦਾ। ਜੇ ਗੁਰੂ ਸਾਹਿਬ ਰਹਿਮਤ ਕਰ ਦੇਵੇ, ਚੰਗੇ ਭਲੇ ਬੰਦੇ ਸੱਚ ਨਹੀਂ ਕਹਿ ਸਕਦੇ। ਚੰਗੇ ਭਲੇ ਬੰਦੇ ਸਭਾ ਵਿੱਚ ਬੈਠੇ ਆ, ਉਹਨਾਂ ਦੇ ਬੁੱਲ ਸੀਤੇ ਹੋਏ ਆ, ਉਹ ਸੱਚ ਨੂੰ ਸੱਚ ਨਹੀਂ ਕਹਿ ਪਾਉਂਦੇ। ਗੁਰੂ ਰਹਿਮਤ ਕਰੇ ਨਾ ਫਿਰ ਬੰਦਾ ਬੋਲਦਾ, ਗੁਰੂ ਰਹਿਮਤ ਨਾ ਕਰੇ ਅਕਲ ਉਹਨੇ ਦੇਣੀ ਆ, ਉਹਦੇ ਹੱਥ 'ਚ ਆ। ਕਿਹਨੂੰ ਦੇਣੀ ਆ ਕਿਹਨੂੰ ਨਹੀਂ ਦੇਣੀ ਇਹ ਉਹਦੇ ਹੱਥ 'ਚ ਆ। ਉਹ ਕਿਹਨੂੰ ਵੰਡ ਰਿਹਾ ਕਿਹਨੂੰ ਨਹੀਂ ਵੰਡ ਰਿਹਾ ਉਹਦੇ ਹੱਥ ਆ। ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਇਹ ਜੇ ਬਾਣੀਆਂ 'ਤੇ ਅਮਲ ਕਰੀਏ, ਆਪ ਹੀ ਵਿਛੋੜਦਾ ਆਪਦੇ ਨਾਲੋਂ, ਆਪ ਹੀ ਮਿਲਾਉਣਾ। ਵਿਛੋੜਨ ਵਾਲਾ ਵੀ ਉਹੀ ਆ, ਮਿਲਾਉਣ ਵਾਲਾ ਵੀ ਉਹੀ ਆ, ਜਨਮ ਦੇਣ ਵਾਲਾ ਵੀ ਉਹੀ ਆ, ਮਾਰਨ ਵਾਲਾ ਵੀ ਉਹੀ ਆ, ਅਤੇ ਫੁੱਲਾਂ ਨੂੰ ਖਿਡਾਉਣ ਵਾਲਾ ਉਹੀ ਆ, ਮੁਰਝਾਉਣ ਵਾਲਾ ਉਹੀ ਆ, ਸੂਰਜ ਨੂੰ ਚੜ੍ਹਾਉਣ ਵਾਲਾ ਉਹੀ ਆ, ਛੁਪਾਉਣ ਵਾਲਾ ਉਹੀ ਆ, ਦਿਲ ਨੂੰ ਧੜਕਾਉਣ ਵਾਲਾ ਉਹੀ ਆ, ਦਿਲ ਨੂੰ ਬੰਦ ਕਰਨ ਵਾਲਾ ਉਹ ਆ। ਸਾਰੀਆਂ ਚੀਜ਼ਾਂ ਦਾ ਮਾਲਕ ਵਾਹਿਗੁਰੂ ਆ। ਤਾਂ ਫਿਰ ਉਹ ਫਿਰ ਸੱਚ ਆ ਨਾ। ਨੀਂਦ ਵੀ ਝੂਠੀ ਆ, ਖੁੱਲ੍ਹੀਆਂ ਅੱਖਾਂ ਇਹ ਵੀ ਝੂਠੀਆਂ, ਅਤੇ ਸੁਪਨੇ ਵੀ ਝੂਠੇ ਆ, ਸਭ ਝੂਠਾ। ਬਸ ਉਹ ਸੱਚਾ ਜਿਹੜਾ ਸੱਚਾ ਹੈ ਨਾ, ਅਤੇ ਉਹਦੇ ਚਰਨਾਂ ਵਿੱਚ ਆਪਾਂ ਜੁੜੀਏ, ਸਦਾ ਉਹਨੂੰ ਸੱਚ ਕਹੀਏ। ਅਸੀਂ ਤੁਸੀਂ ਮੈਂ ਥੋੜ੍ਹੇ ਦਿਨਾਂ ਵਾਸਤੇ ਇਕੱਠੇ ਹੋਏ ਹਾਂ। ਕੋਈ ਪਹਿਲਾਂ ਚਲਿਆ ਜਾਵੇਗਾ। ਰੇਲਵੇ ਸਟੇਸ਼ਨ ਦੇ ਵਿੱਚ ਟ੍ਰੇਨਾਂ ਬਹੁਤ ਆਉਂਦੀਆਂ, ਬੰਦੇ ਸਵਾਰ ਹੋ ਜਾਂਦੇ ਆ, ਸਟੇਸ਼ਨ ਬਹੁਤ ਆਉਂਦੇ ਆ, ਕਿਸੇ ਦਾ ਪਹਿਲਾਂ ਆਉਂਦਾ ਕਿਸੇ ਦਾ ਬਾਅਦ 'ਚੋਂ। ਉਤਰਨਾ ਸਭ ਨਹੀਂ। ਇੱਦਾਂ ਹੀ ਇਹ ਜ਼ਿੰਦਗੀ ਆ, ਇੱਕ ਦਿਨ ਫਨਾ ਹੋ ਜਾਵਾਂਗੇ। ਜੇ ਆਪਾਂ ਚਲੇ ਜਾਣਾ, ਆਪਦੇ ਮਾਲਕ ਨੂੰ ਯਾਦ ਕਰਕੇ ਜਾਣਾ ਚਾਹੀਦਾ, ਆਪਦੇ ਰੱਬ ਨੂੰ ਚੇਤੇ ਕਰਕੇ ਜਾਓ, ਇਹਦੇ ਵਿੱਚ ਭਲਾ ਹੁੰਦਾ ਬੰਦੇ ਦਾ। ਆਓ ਵਾਹਿਗੁਰੂ ਨੂੰ ਚੇਤੇ ਕਰੀਏ ਜੀ। ਐਸੇ ਫਕੀਰਾਂ ਦੀ ਸ਼ਾਨ, ਜਿਹੜੇ ਬੁੱਧੀਜੀਵੀ ਸੀ ਅਸ਼ਟਾਵਕਰ ਵਰਗੇ, ਇਹਨਾਂ ਦੀ ਸ਼ਾਨ ਬਹੁਤ ਉੱਚੀ ਆ, ਜਿਨ੍ਹਾਂ ਨੇ ਰਾਜੇ ਜਨਕ ਨੂੰ ਚੰਗੇ ਪਾਸੇ ਜੋੜਿਆ। ਬਹੁਤ ਭੁੱਲਾਂ ਹੋ ਗਈਆਂ ਬੋਲਦਿਆਂ ਤੋਂ, ਸੰਗਤ ਬਖਸ਼ਣ ਯੋਗ ਆ, ਬਖਸ਼ ਲਵੇ ਜੀ। ਵਾਹਿਗੁਰੂ ਵਾਹਿਗੁਰੂ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ